हाँ जी मेरे प्यारे विद्यार्थियों, ਅੱਜ ਆਪਾਂ ਤੁਹਾਡੇ ਲਈ ਅਗਲੀ ਰਚਨਾ ਲੈ ਕੇ ਆਏ ਹਾਂ। ਸੁਹਾਗ ਦਾ ਅਗਲਾ ਵਿਸ਼ਾ ਬੇਟੀ ਚੰਨਨ ਦੇ ਓਲੇ ਓਲੇ ਕਿਉਂ ਖੜੀ। ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀਤਾ ਸੀ ਚੜ੍ਹ ਚੁਬਾਰੇ ਸੁੱਤਿਆ। ਚੜ੍ਹ ਚੁਬਾਰੇ ਸੁੱਤਿਆ ਦੇ ਵਿੱਚ ਉਹ ਇਸ ਦਾ ਪਹਿਲਾ ਭਾਗ ਸੀ, ਜਿਸ ਦੇ ਵਿੱਚ ਇੱਕ ਕੁੜੀ ਆਪਣੀ ਵਿਆਹ ਦੀ ਇੱਛਾ ਨੂੰ ਪ੍ਰਗਟ ਕਰਦੀ ਹੈ, ਵਿਆਹ ਦੀ ਉਮਰ ਨੂੰ ਪ੍ਰਗਟ ਕਰਦੀ ਹੈ ਕਿ ਉਸਦੇ ਵਿਆਹ ਦੀ ਉਮਰ ਹੋ ਚੁੱਕੀ ਹੈ ਅਤੇ ਆਪਣੇ ਬਾਪ ਨੂੰ ਬੇਫਿਕਰ ਹੋ ਕੇ ਸੁੱਤਾ ਹੋਇਆ ਉਸ ਦੀ ਗੱਲ ਕਰਦੀ ਹੈ ਕਿ ਉਸਨੂੰ ਉਸਦੀ ਫਿਕਰ ਨਹੀਂ ਹੈ। ਤਾਂ ਹੁਣ ਅਗਲੇ ਇਸ ਭਾਗ ਦੇ ਵਿੱਚ ਉਹ ਬੇਟੀ ਚੰਨਨ ਦੇ ਓਲੇ ਕਿਉਂ ਖੜੀ, ਇਸ ਦੇ ਵਿੱਚ ਉਹ ਆਪਣੇ ਪਤੀ ਦੀ ਇੱਛਾ ਪ੍ਰਗਟ ਕਰਦੀ ਹੈ ਕਿ ਉਸਦਾ ਜਿਹੜਾ ਪਤੀ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤਾਂ ਇਸ ਦੇ ਵਿੱਚੋਂ ਕੀ ਕਹਿੰਦੀ ਆ, ਬੇਟੀ ਚੰਨਨ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ, ਬਾਬਲ ਵਰ ਲੋੜੀਏ ਬੇਟੀ ਕਿਹੋ ਜਿਹਾ ਵਰ ਲੋੜੀਏ, ਨੀ ਜਾਈਏ ਕਿਹੋ ਜਿਹਾ ਵਰ ਲੋੜੀਏ। ਬਾਬਲ ਜਿਉਂ ਤਾਰਿਆਂ ਵਿੱਚੋਂ ਚੰਨ, ਚੰਨਾਂ ਵਿੱਚੋਂ ਕਾਹਨ ਕਨਈਆ ਵਰ ਲੋੜੀਏ। ਤਾਂ ਹੁਣ ਇੱਥੇ ਪਿਤਾ ਦੀ ਅਤੇ ਇੱਕ ਬੱਚੀ ਦੀ ਵਾਰਤਾਲਾਪ ਹੈ, ਜਿਸ ਨੂੰ ਉਹਨਾਂ ਨੇ ਪ੍ਰਸ਼ਨਿਕ ਤੌਰ 'ਤੇ ਜਿਹੜਾ ਹੈਗਾ ਪੇਸ਼ ਕੀਤਾ। ਤਾਂ ਇਸ ਵਾਰਤਾਲਾਪ ਨੂੰ ਉਹਨਾਂ ਨੇ ਇੱਕ ਗੀਤ ਦੇ ਬੋਲ ਦੇ ਕੇ ਇੱਕ ਪਿਤਾ ਨੂੰ ਸੰਬੋਧਨ ਕੀਤਾ। ਤਾਂ ਇਸ ਦੇ ਵਿੱਚ ਦੋਨਾਂ ਦੀ ਵਾਰਤਾਲਾਪ ਹੈ, ਜਿਸ ਦੇ ਵਿੱਚ ਇੱਕ ਕੁੜੀ ਆਪਣੇ ਪਤੀ ਦੀ ਇੱਛਾ ਪ੍ਰਗਟ ਕਰਦੀ ਹੈ ਕਿ ਉਸਦਾ ਪਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤਾਂ ਇਸ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੇਟੀ ਚੰਨਨ, ਚੰਨਨ ਜਿਹੜਾ ਹੈਗਾ ਉਹ ਬਿਰਖ ਹੈ, ਇੱਕ ਦਰਖਤ ਹੈ, ਜਿਸ ਦੀ ਤੁਹਾਨੂੰ ਇਹ ਜਿਹੜੀ ਪਿਕਚਰ ਹੈ ਉਹ ਦਿਖ ਰਹੀ ਹੈ। ਤਾਂ ਹੁਣ ਇੱਥੇ ਇਹ ਗੱਲ ਕਰਦੇ ਹਾਂ ਕਿ ਬੇਟੀ ਚੰਨਨ, ਚੰਨਨ ਹੈ ਦਰਖਤ, ਜਿਹੜਾ ਇਹ ਵਾਲਾ ਦਰਖਤ ਹੈ ਇਸ ਨੂੰ ਚੰਦਨ ਦਾ ਦਰਖਤ ਕਿਹਾ ਜਾਂਦਾ ਹੈ, ਜਿਸ ਨੂੰ ਅੱਗੇ ਆਪਾਂ ਇਹਨੂੰ ਇੰਨਾ ਪਵਿੱਤਰ ਹੈ ਕਿ ਇਸ ਦਾ ਲੇਪ ਲਗਾਇਆ ਜਾਂਦਾ ਹੈ, ਮਤਲਬ ਕਿ ਇੰਨਾ ਗੁਣਵਾਨ ਹੁੰਦਾ ਹੈ। ਅਤੇ ਦੂਸਰਾ ਇਸ ਦਾ ਜਿਹੜਾ ਤਿਲਕ ਕੀਤਾ ਜਾਂਦਾ ਹੈ ਮੱਥੇ 'ਤੇ, ਚੰਦਨ ਦਾ ਤਿਲਕ ਜਿਹੜਾ ਹੈਗਾ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਸ਼ੁਭ ਮੰਨਿਆ ਜਾਂਦਾ ਹੈ। ਤਾਂ ਇੱਥੇ ਇਹ ਇੱਕ ਪ੍ਰਤੀਕ ਲਿਆ ਗਿਆ ਹੈ ਇੱਕ ਲੜਕੀ ਦੀ ਪਵਿੱਤਰਤਾ ਦਾ, ਉਸ ਦੀ ਸ਼ੁੱਧਤਾ ਦਾ, ਉਸ ਦੇ ਗੁਣੀ ਹੋਣ ਦਾ। ਤਾਂ ਇੱਥੇ ਉਹ ਆਪਣੇ ਪਿਤਾ ਨੂੰ ਆਪਣੀ ਇੱਛਾ ਪ੍ਰਗਟ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਪੁਰਾਣੇ ਸਮਿਆਂ ਦੇ ਵਿੱਚ, ਕਿਉਂਕਿ ਔਰਤਾਂ ਹਮੇਸ਼ਾ ਹੀ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਨੇ ਉਹ ਘੁੰਡ ਕੱਢ ਕੇ ਰਹਿੰਦੀਆਂ ਸੀ, ਅਤੇ ਜਿਹੜੀਆਂ ਕੁਆਰੀਆਂ ਕੁੜੀਆਂ ਨੇ ਉਹ ਹਮੇਸ਼ਾ ਹੀ ਆਪਣੇ ਵੱਡਿਆਂ ਤੋਂ ਨੀਵੀਂ ਪਾ ਕੇ ਰਹਿੰਦੀਆਂ ਸੀ। ਤਾਂ ਹੁਣ ਇੱਕ ਚੰਦਨ ਦੇ ਓਲੇ ਖੜਨਾ ਅਤੇ ਦੂਸਰਾ ਬਾਬਲ ਦੇ ਬਾਰ, ਬਾਰ ਮਤਲਬ ਕਿ ਉਸਦੇ ਦਰਵਾਜ਼ੇ 'ਤੇ ਖੜ੍ਹੇ ਹੋਣਾ, ਉਹਨਾਂ ਨੇ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਇਹ ਇੱਕ ਔਰਤ ਹੈ, ਇੱਕ ਲੜਕੀ ਹੈ, ਉਹ ਕਿਸ ਤਰੀਕੇ ਨਾਲ ਉਸਦਾ ਜੀਵਨ ਹੈ, ਕਿਸ ਤਰੀਕੇ ਦਾ ਉਸਦਾ ਰਹਿਣ ਸਹਿਣ ਹੈ, ਕਿਸ ਤਰੀਕੇ ਦੀ ਉਹ ਬੇਡਰ ਹੈ, ਜਾਂ ਫਿਰ ਆਪਣੀ ਜ਼ਿੰਦਗੀ ਨੂੰ ਸਾਡੇ ਸੱਭਿਆਚਾਰ ਵਿੱਚ ਢਾਲ ਕੇ ਅੱਗੇ ਚੱਲਦੀ ਹੈ। ਤਾਂ ਹੁਣ ਚੰਨਨ ਦੇ ਓਲੇ ਖੜਨਾ ਅਤੇ ਇੱਕ ਬਾਬਲ ਦੇ ਬਾਰ ਵਿੱਚ ਖੜਨਾ, ਮਤਲਬ ਕਿ ਉਸ ਦੀ ਇੰਨੀ ਹਿੰਮਤ ਨਹੀਂ ਹੁੰਦੀ ਉਸ ਸਮੇਂ ਦੇ ਵਿੱਚ ਕੁੜੀਆਂ ਦੀ ਕਿ ਆਪਣੇ ਪਿਤਾ ਦੇ ਸਾਹਮਣੇ ਹੋ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ। ਤਾਂ ਉਸ ਦੇ ਲਈ ਆਪਣੀ ਇੱਛਾ ਨੂੰ ਪ੍ਰਗਟ ਕਰਨਾ ਬਹੁਤ ਹੀ ਵੱਡੀ ਗੱਲ ਹੁੰਦੀ ਸੀ। ਤਾਂ ਉਹਨਾਂ ਨੇ ਇੱਕ ਸਿੰਬਲ ਲਿਆ ਹੈ ਕਿ ਉਹ ਉਸਦੀ ਸ਼ਰਮ, ਉਸਦੀ ਹਯਾ ਜਿਹੜੀ ਹੈ ਉਸਨੂੰ ਬਿਆਨ ਕੀਤਾ ਹੈ ਕਿ ਉਹ ਚੰਨਨ ਦੇ ਓਲੇ ਖੜ ਕੇ ਹੀ ਆਪਣੇ ਪਿਤਾ ਨਾਲ ਗੱਲ ਕਰਦੀ ਹੈ। ਤਾਂ ਪਿਤਾ ਦੇ ਦਰਬਾਰ ਦੇ ਵਿੱਚ, ਮਤਲਬ ਕਿ ਉਸਦਾ ਜਿਹੜਾ ਦਰਵਾਜ਼ਾ ਹੈ ਉਸ ਦੇ ਵਿੱਚ ਖੜ ਕੇ ਉਹ ਉਸਨੂੰ ਸੰਬੋਧਨ ਕਰਦੀ ਹੈ। ਤਾਂ ਇੱਥੇ ਪਿਤਾ ਉਸਨੂੰ ਕਹਿੰਦਾ ਹੈ ਕਿ ਉਸਨੂੰ ਕਿਹੋ ਜਿਹਾ ਵਰ ਚਾਹੀਦਾ ਹੈ, ਕਿਸ ਤਰੀਕੇ ਦਾ ਉਸਨੂੰ ਲੜਕਾ ਚਾਹੀਦਾ। ਤਾਂ ਉਹ ਕੀ ਕਹਿੰਦੀ ਆ, ਜਿਉਂ ਤਾਰਿਆਂ ਵਿੱਚੋਂ ਚੰਨ ਅਤੇ ਚੰਨਾਂ ਵਿੱਚੋਂ ਕਾਹਨ ਕਨਈਆ। ਤਾਂ ਇੱਥੇ ਕਹਿੰਦੀ ਹੈ ਕਿ ਜਿਉਂ ਤਾਰਿਆਂ ਵਿੱਚੋਂ ਚੰਨ ਅਤੇ ਚੰਨਾਂ ਵਿੱਚੋਂ ਕਾਹਨ ਕਨਈਆ ਜਿਹੜੇ ਹੋ ਗਏ ਕ੍ਰਿਸ਼ਨ ਜੀ ਜਿਹੜੇ ਹੈਗੇ ਆ, ਉਹਨਾਂ ਦੀ ਆਪਾਂ ਪੂਜਾ ਕਰਦੇ ਹਾਂ, ਤਾਂ ਉਹਨਾਂ ਦੀ ਗੱਲ ਕੀਤੀ ਹੈ। ਅਤੇ ਇੱਥੇ ਉਹ ਕੀ ਕਹਿੰਦੇ, ਚੰਦਨ ਦੇ ਬ੍ਰਿਖ ਦੇ ਪਿੱਛੇ ਖੜਨਾ ਅਤੇ ਇੱਕ ਪਿਤਾ ਨੂੰ ਸੰਬੋਧਨ ਕਰਨ ਲਈ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਗੱਲ ਕਰਨ ਦੀ ਹਿੰਮਤ ਨਾ ਰੱਖਣਾ, ਇਹ ਸਾਡੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਨੇ। ਤਾਂ ਵਰ ਕੀ ਹੈ ਕਿ ਵਰ ਇੱਕ ਪਤੀ ਨੂੰ ਕਿਹਾ ਗਿਆ ਹੈ ਕਿ ਕਿਸ ਤਰੀਕੇ ਦਾ ਉਸਨੂੰ ਪਤੀ ਚਾਹੀਦਾ ਹੈ, ਇਹ ਉਸ ਚੀਜ਼ ਨੂੰ ਸੰਬੋਧਨ ਕਰਦਾ ਹੈ। ਬਾਬਲ ਜਿਉਂ ਤਾਰਿਆਂ ਵਿੱਚੋਂ ਚੰਨ ਅਤੇ ਚੰਨਾਂ ਵਿੱਚੋਂ ਕਾਹਨ ਕਨਈਆ ਵਰ ਲੋੜੀਏ। ਤਾਂ ਇਸ ਦੇ ਵਿੱਚੋਂ ਕੀ ਕਹਿੰਦੀ ਆ ਕਿ ਉਸ ਨੂੰ ਇਸ ਤਰੀਕੇ ਦਾ ਪਤੀ ਚਾਹੀਦਾ ਹੈ ਜਿਸ ਤਰੀਕੇ ਨਾਲ ਬਹੁਤ ਸਾਰੇ ਤਾਰਿਆਂ ਦੇ ਵਿੱਚੋਂ ਚੰਦ ਇੱਕ ਵਿਸ਼ੇਸ਼ ਹੁੰਦਾ ਹੈ, ਜਿਸ ਦੀ ਆਪਣੀ ਹੀ ਵੱਖਰੀ ਪਹਿਚਾਣ ਹੁੰਦੀ ਹੈ। ਤਾਂ ਉਹ ਦੂਜਿਆਂ ਨਾਲੋਂ ਬਹੁਤ ਹੀ ਸੋਹਣਾ ਹੁੰਦਾ ਹੈ, ਉਸਨੂੰ ਇਸ ਤਰੀਕੇ ਦਾ ਵਰ ਚਾਹੀਦਾ ਹੈ। ਅਤੇ ਦੂਜਾ ਕੀ ਹੈ, ਕ੍ਰਿਸ਼ਨ, ਕ੍ਰਿਸ਼ਨ ਵਾਂਗ ਉਹ ਕਹਿੰਦੀ ਵੀ ਜਿਹੜਾ ਉਸਦਾ ਪਤੀ ਹੈ
ਉਹ ਸੁੰਦਰ ਹੋਣ ਦੇ ਨਾਲ ਕ੍ਰਿਸ਼ਨ ਵਾਂਗ ਇੱਕ ਗੁਣੀ ਵੀ ਹੋਣਾ ਚਾਹੀਦਾ ਹੈ, ਜਿਸ ਦੀ ਸਮਾਜ ਵਿੱਚ ਇੱਜ਼ਤ ਹੋਵੇ, ਸਮਾਜ ਵਿੱਚ ਉਸਦਾ ਰੁਤਬਾ ਹੋਵੇ। ਮਤਲਬ ਕਿ ਉਸਨੂੰ ਇਕੱਲੀ ਸੁੰਦਰਤਾ ਹੀ ਨਹੀਂ ਚਾਹੀਦੀ, ਉਸਦਾ ਸਮਾਜ ਵਿੱਚ ਰੁਤਬਾ ਵੀ ਚਾਹੀਦਾ ਹੈ, ਉਸਦਾ ਮਾਣ ਇੱਜ਼ਤ ਵੀ ਚਾਹੀਦਾ ਹੈ। ਇਸ ਤਰੀਕੇ ਦਾ ਜਿਹੜਾ ਪਰਿਵਾਰਿਕ ਪਤੀ ਹੈ ਉਸਨੂੰ ਚਾਹੀਦਾ ਹੈ। ਤਾਂ ਉਸ ਦੇ ਵਿੱਚ ਕਾਹਨ ਕਨਈਆ ਮਤਲਬ ਕਿ ਕ੍ਰਿਸ਼ਨ ਨੂੰ ਸੰਬੋਧਨ ਕਰ ਰਹੀ ਹੈ। ਤਾਂ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ, ਇੱਥੇ ਜਿਹੜੀ ਆਪਣੀ ਜਿਹੜੀ ਰਚਨਾ ਹੈ ਉਹ ਜਿੱਥੇ ਤੱਕ ਪਿਤਾ ਦਾ ਸਵਾਲ ਸੀ, ਪਿਤਾ ਦੇ ਨਾਲ ਸਵਾਲ ਜਵਾਬ ਸੀ, ਉਹ ਇੱਥੇ ਖਤਮ ਹੁੰਦੇ ਆ। ਅੱਗੇ ਹੋਣਾ ਕੀ ਕਰਦੀ ਹੈ, ਇਹੀ ਚੀਜ਼ਾਂ ਉਹ ਆਪਣੇ ਮਾਮਾ ਨੂੰ ਸੰਬੋਧਨ ਕਰਦੀ ਹੈ, ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਮਾਮੇ ਦੇ ਨਾਲ ਉਸਦਾ ਸਵਾਲ ਹੈ ਕਿ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਬਾਹਰ। ਤਾਂ ਇੱਥੇ ਹੁਣ ਉਹਨਾਂ ਨੇ ਮਾਮੇ ਨੂੰ ਲਿਆ ਹੈ ਤੇ ਕਿਹੋ ਮਾਮਾ ਜੀ ਦੇ ਬਾਹਰ ਮਾਮਾ ਵਰ ਲੋੜੀਏ, ਆਪਣੀ ਇੱਛਾ ਪ੍ਰਗਟ ਕਰਦੀ ਹੈ ਕਿ ਉਸ ਨੂੰ ਕਿਹੋ ਜਿਹਾ ਪਤੀ ਚਾਹੀਦਾ ਹੈ। ਤਾਂ ਅੱਗੋਂ ਮਾਮਾ ਉਸ ਨੂੰ ਪੁੱਛ ਰਿਹਾ ਕਿ ਬੇਟੀ ਕਿਹੋ ਜਿਹਾ ਵਰ ਲੋੜੀਏ, ਨੀ ਜਾਈਏ ਕਿਹੋ ਜਿਹਾ ਵਰ ਲੋੜੀਏ। ਤਾਂ ਉਸ ਤੋਂ ਬਾਅਦ ਉਹ ਕਹਿੰਦੀ ਹੈ ਮਾਮਾ ਜਿਉਂ ਤਾਰਿਆਂ ਵਿੱਚ ਚੰਨ ਤੇ ਚੰਨਾਂ ਵਿੱਚੋਂ ਕਾਹਨ ਕਨਈਆ। ਕਾਹਨ ਕਨਈਆ ਤੁਹਾਨੂੰ ਦੱਸ ਚੁੱਕੀ ਹਾਂ ਕਿ ਕ੍ਰਿਸ਼ਨ ਜੀ ਦੀ ਗੱਲ ਕੀਤੀ ਹੈ। ਇਸ ਤਰੀਕੇ ਨਾਲ ਇੱਕ ਕੁੜੀ ਦੀ ਇੱਛਾ ਪ੍ਰਗਟ ਕੀਤੀ ਹੈ ਉੱਥੇ ਇਹਨਾਂ ਨੇ ਕਿ ਉਸ ਨੂੰ ਕਿਸ ਤਰੀਕੇ ਦਾ ਪਤੀ ਚਾਹੀਦਾ ਹੈ, ਕਿਸ ਤਰੀਕੇ ਦਾ ਉਸ ਨੂੰ ਵਰ ਚਾਹੀਦਾ ਹੈ। ਤਾਂ ਇਸ ਦੇ ਵਿੱਚ ਜਿਹੜੀ ਹੈਗੀ ਇੱਕ ਲੜਕੀ ਦਾ ਆਪਣੇ ਪਿਤਾ ਨੂੰ, ਆਪਣੇ ਨਾਨਕਿਆਂ ਨੂੰ ਸੰਬੋਧਨ ਕਰਨਾ ਇੱਕ ਸਿੰਬਲ ਹੈ ਕਿ ਕਿਉਂਕਿ ਪੁਰਾਣੇ ਜਿਹੜੇ ਸਾਡੇ ਸੱਭਿਆਚਾਰ ਦੀ ਇਹ ਗੀਤ ਜਿਹੜੇ ਤਰਜਮਾਨੀ ਕਰਦੇ ਨੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਵੀ ਰਿਸ਼ਤਾ ਤੈਅ ਹੁੰਦਾ ਸੀ ਤਾਂ ਉਹ ਨਾਨਕਿਆਂ ਅਤੇ ਦਾਦਕਿਆਂ ਦੋਨਾਂ ਦੇ ਪਰਿਵਾਰਾਂ ਵੱਲੋਂ ਮਿਲ ਕੇ ਹੀ ਤੈਅ ਕੀਤਾ ਜਾਂਦਾ ਸੀ। ਪਿਤਾ ਦਾ ਤੇ ਉਸਦੇ ਮਾਮੇ ਦਾ ਬਹੁਤ ਵੱਡਾ ਮਤਲਬ ਰੋਲ ਹੁੰਦਾ ਹੈ ਇੱਕ ਲੜਕੀ ਦੇ ਲਈ, ਉਸਦੇ ਫਿਊਚਰ ਦੇ ਲਈ ਇੱਕ ਚੰਗਾ ਘਰ ਪਰਿਵਾਰ ਲੱਭਣਾ। ਤਾਂ ਇਸ ਦੇ ਵਿੱਚ ਇਸੇ ਕਰਕੇ ਹੀ ਇੱਕ ਪਿਤਾ ਅਤੇ ਮਾਮੇ ਦੋਨਾਂ ਨੂੰ ਨਾਨਕੇ, ਪਿਤਾ ਨਾਲ ਸੰਬੰਧਿਤ ਰਿਸ਼ਤੇ ਦਾਦਕੇ ਹੋ ਗਏ ਅਤੇ ਮਾਂ ਨਾਲ ਸੰਬੰਧਿਤ ਰਿਸ਼ਤੇ ਨਾਨਕੇ ਹੋ ਗਏ। ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਹੀ ਅਗਲਾ ਰਿਸ਼ਤਾ ਬਣਦਾ ਹੈ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਇਹਦੇ ਵਿੱਚ ਦੋਨਾਂ ਰਿਸ਼ਤਿਆਂ ਦੀ ਗੱਲ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਜਿਹੜੀ ਇਹ ਰਚਨਾ ਹੈ ਇਹ ਆਪਣੀ ਖਤਮ ਹੁੰਦੀ ਹੈ। ਸੁਹਾਗ ਦੇ ਵਿੱਚ ਇਹ ਰਚਨਾ ਆਪਣੀ ਸੀਗੀ ਕਿ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ। ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਸੀ ਕਿ ਚੜ੍ਹ ਚੁਬਾਰੇ ਸੁੱਤਿਆ, ਠੀਕ ਹੈ, ਇਸ ਦਾ ਸਿਰਲੇਖ ਸੀ ਚੜ੍ਹ ਚੁਬਾਰੇ ਸੁੱਤਿਆ। ਉਸ ਦੇ ਵਿੱਚ ਕੀ ਕਰਦੀ ਹੈ ਕੁੜੀ, ਆਪਣੇ ਵਿਆਹ ਦੀ ਉਮਰ ਮਤਲਬ ਕਿ ਉਸ ਦੀ ਵਿਆਹ ਦੀ ਉਮਰ ਹੋਣ ਕਰਕੇ ਉਹ ਆਪਣੇ ਪਿਤਾ ਨੂੰ ਬੇਫਿਕਰ ਦੱਸ ਕੇ ਉਸ ਨੂੰ ਸੁਚੇਤ ਕਰਦੀ ਹੈ। ਤਾਂ ਹੁਣ ਇਸ ਭਾਗ ਦੇ ਵਿੱਚ ਉਹ ਕੀ ਕਰਦੀ ਹੈ, ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਦੇ ਵਿੱਚ ਕਹਿੰਦੀ ਆ ਕਿ ਉਸ ਨੂੰ ਕਿਹੋ ਜਿਹਾ ਵਰ ਚਾਹੀਦਾ ਹੈ, ਕਿਉਂਕਿ ਪਹਿਲੇ ਦੇ ਵਿੱਚ ਉਹ ਆਪਣੇ ਵਿਆਹ ਦੀ ਇੱਛਾ ਪ੍ਰਗਟ ਕਰ ਚੁੱਕੀ ਹੈ ਤੇ ਹੁਣ ਉਸ ਨੂੰ ਇਸ ਸੁਹਾਗ ਦੇ ਵਿੱਚ ਕਿਸ ਤਰੀਕੇ ਦਾ ਵਰ ਚਾਹੀਦਾ ਹੈ ਇਹ ਉਹੋ ਜਿਹੀ ਇੱਛਾ ਪ੍ਰਗਟ ਕਰਦੀ ਹੈ। ਪਹਿਲੀ ਰਚਨਾ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਸੀ ਚਾਚੇ ਨੂੰ ਅਤੇ ਪਿਤਾ ਨੂੰ, ਮਾਂ ਨੂੰ ਤੇ ਚਾਚੀ ਨੂੰ ਤੇ ਨਾਲ ਭਰਾ ਤੇ ਭਰਜਾਈਆਂ। ਤਾਂ ਜਿਹੜਾ ਇਹ ਵਿਸ਼ਾ ਹੈ ਇਸ ਦੇ ਵਿੱਚ ਉਹਨੇ ਸਿਰਫ ਕੀਤਾ ਹੈ ਨਾਨਕੀ ਅਤੇ ਦਾਦਕੇ ਦੋਨਾਂ ਰਿਸ਼ਤਿਆਂ ਨੂੰ ਮਿਕਸ ਕਰਕੇ ਜਿਹੜੀ ਹੈਗੀ ਆਪਣੀ ਇੱਛਾ ਪ੍ਰਗਟ ਕੀਤੀ ਹੈ, ਕਿਉਂਕਿ ਜਿਹੜਾ ਰਿਸ਼ਤਾ ਹੈ ਉਹ ਦੋਹਾਂ ਧਿਰਾਂ ਦੁਆਰਾ ਹੀ ਤੈਅ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਜਿਹੜੇ ਹੈਗੇ ਸ਼ਾਰਟ ਕੁਐਸਚਨ ਤੁਹਾਡੇ ਥੋੜ੍ਹੇ ਡਿਟੇਲ ਦੇ ਵਿੱਚ ਕੰਪਲੀਟ ਹੋ ਜਾਣੇ ਚਾਹੀਦੇ ਨੇ, ਕਿਉਂਕਿ ਇਹ ਪਹਿਲਾ ਇੱਕ ਤਾਂ ਇਹ ਕਿ ਚੰਦਨ ਦਾ ਬਿਰਖ ਕਿਸ ਦਾ ਸੰਬੋਧਨ ਹੈ, ਚੰਦਨ ਦੇ ਬਿਰਖ ਦੀ ਕੀ ਪਵਿੱਤਰਤਾ ਮੰਨੀ ਜਾਂਦੀ ਹੈ, ਤੇ ਨਾਲ ਹੀ ਜਿਹੜਾ ਹੈਗਾ ਚੰਦਨ ਦੇ ਬਿਰਖ ਸਿੰਬਲ ਤੇ ਇੱਕ ਦਰਵਾਜ਼ੇ ਦੇ ਵਿੱਚ ਖੜੇ ਹੋਣਾ, ਬਾਬਲ ਦੇ ਬਾਹਰ ਖੜੇ ਹੋਣਾ ਕਿਸ ਚੀਜ਼ ਦਾ ਪ੍ਰਤੀਕ ਹੈ, ਇਹ ਵੀ ਪੁੱਛਿਆ ਜਾ ਸਕਦਾ। ਤੇ ਨਾਲ ਹੀ ਜਿਹੜਾ ਹੈਗਾ ਕ੍ਰਿਸ਼ਨ ਕਨਈਆ ਕਿਸ ਨੂੰ ਕਿਹਾ ਗਿਆ ਹੈ, ਜਾਂ ਚੰਦਨ ਦੇ ਇੱਕ ਲੜਕੀ ਜਿਹੜੀ ਹੈ ਉਹ ਆਪਣੇ ਪਤੀ ਕਿਹੋ ਜਿਹਾ ਵਰ ਜਿਹੜਾ ਹੈਗਾ ਚਾਹੁੰਦੀ ਹੈ, ਜਾਂ ਕਿਹੋ ਜਿਹੇ ਉਸਨੇ ਸਿੰਬਲ ਲਏ ਹਨ ਕਿ ਕਿਹੜੇ ਰੂਪਾਂ ਦੀ ਵਰਤੋਂ ਕਰਕੇ ਉਹਨਾਂ ਨੇ ਆਪਣੇ ਪਤੀ ਦੀ ਇੱਛਾ ਨੂੰ ਪ੍ਰਗਟ ਕੀਤਾ ਹੈ। ਤਾਂ ਇਸ ਤਰੀਕੇ ਨਾਲ ਜਿਹੜੇ ਹੈਗੇ ਇਸ ਨੂੰ ਡਿਟੇਲ ਦੇ ਵਿੱਚ ਧਿਆਨ ਨਾਲ ਜਿਹੜਾ ਹੈਗਾ ਪੜ੍ਹ ਕੇ ਇਸ ਦੇ ਵਿੱਚ ਸ਼ਾਰਟ ਕੁਐਸਚਨ ਵੀ ਕਾਫੀ ਬਣ ਸਕਦੇ ਆ। ਤੇ ਸੁਹਾਗ ਜਿਹੜਾ ਹੈ ਉਹ ਇਸਤਰੀਆਂ ਦੁਆਰਾ ਗਾਇਆ ਜਾਣ ਵਾਲਾ ਇੱਕ ਇਸਤਰੀ ਦੇ ਘਰ ਵਿੱਚ ਗਾਇਆ ਜਾਣ ਵਾਲਾ ਹੀ ਗੀਤ ਰੂਪ ਹੈ, ਜਿਸ ਦੇ ਵਿੱਚ ਪਿਤਾ ਨੂੰ ਸੰਬੋਧਨ ਕਰਕੇ ਵਾਰਤਾਲਾਪ ਜਿਹੜੀ ਹੈ ਉਸਨੂੰ ਗੀਤ ਦਾ ਰੂਪ ਦਿੱਤਾ ਗਿਆ ਹੈ। ਇਸ ਤਰੀਕੇ ਨਾਲ ਜਿਹੜੀ ਹੈਗੀ ਅੱਜ ਜੋ ਆਪਣਾ ਲੈਕਚਰ ਹੈ ਉਹ ਇੱਥੇ ਹੀ ਖਤਮ ਹੁੰਦਾ ਹੈ। ਤੇ ਜੇ ਤੁਹਾਨੂੰ ਇਹ ਮੇਰਾ ਲੈਕਚਰ ਪਸੰਦ ਆਉਂਦਾ ਹੈ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ।